ਸਾਡੇ ਨਾਲ ਜੁੜੇ ਹੋਏ ਨੇ ਰਾਹਿਸ਼ ਸ਼ਾਹ ਜੀ ਔਰ ਸੁਸ਼ੀਲ ਕੌਰ ਚੌਧਰੀ ਜੀ, ਜਿਹੜੇ ਕਿ ਕਮਿਊਨਿਟੀ ਐਡਵਾਈਜ਼ਰ ਨੇ ਫॉर द ਇੰਡੀਅਨ ਕਮਿਊਨਿਟੀ, ਜਿਹੜੇ ONS ਵੱਲੋਂ, ਜਿਹੜਾ ਕਿ ਸਾਡਾ ਆਫਿਸ ਆਫ ਨੈਸ਼ਨਲ ਸਟੈਟਿਸਟਿਕਸ ਹੈ, ਉਹਨਾਂ ਦੇ ਜਿਹੜੇ ਅਫੀਸ਼ੀਅਲਸ ਨੇ। ਇਹਨਾਂ ਦੇ ਕੁਝ ਸਵਾਲ ਨੇ ਜੋ ਸਾਡੇ ਦਰਸ਼ਕਾਂ ਨੇ ਲਿਖ ਕੇ ਭੇਜੇ ਨੇ। ਮੈਂ ਉਹਨਾਂ ਤੁਹਾਨੂੰ ਥੋੜੇ ਜਿਹੇ ਸਵਾਲ ਪੁੱਛਣਾ ਚਾਹੂੰਗਾ ਕਿ ਜਿਹੜੇ ਲੋਕ ਅਸਾਈਲਮ ਕਲੇਮ ਕਰ ਰਹੇ ਨੇ, ਕੁਝ ਲੋਕਾਂ ਨੇ ਅਸਾਈਲਮ ਦੀ ਅਪਰੂਵਲ ਆ ਚੁੱਕੀ ਹੈ, ਉਹਨਾਂ ਨੂੰ ਅਸਾਈਲਮ ਦੇ ਭੱਤੇ ਵੀ ਮਿਲ ਰਹੇ ਨੇ, ਉਹਨਾਂ ਵਾਸਤੇ ਵੀ ਭਰਨੇ ਜ਼ਰੂਰੀ ਨੇ। ਕੁਝ ਲੋਕ, ਦੂਸਰਾ ਕੇਸ ਹੈ ਜਿਨ੍ਹਾਂ ਨੇ ਅਸਾਈਲਮ ਦੀ ਫਾਈਲ ਲਾਈ ਹੋਈ ਹੈ ਪਰ ਉਹਨਾਂ ਨੂੰ ਸਰਕਾਰ ਤੋਂ ਹਾਲੇ ਕਿਸੇ ਵੀ ਕਿਸਮ ਦੀ ਕੋਈ ਵੀ ਕਨਫਰਮੇਸ਼ਨ ਨਹੀਂ ਆਈ ਕਿ ਤੁਹਾਡਾ ਕੇਸ ਅਪਰੂਵ ਹੋ ਗਿਆ ਜਾਂ ਨਹੀਂ ਹੋ ਗਿਆ। ਉਹਨਾਂ ਲੋਕਾਂ ਨੂੰ ਵੀ ਦੋਨੋਂ ਕੇਸਿਸ ਵਿੱਚ ਇਹ ਫਾਰਮ ਭਰਨਾ ਜ਼ਰੂਰੀ ਹੈ। ਹਾਂਜੀ, ਜ਼ਰੂਰੀ ਹੈ, ਕਿਉਂਕਿ ਉਹ ਲੋਕ ਇੱਥੇ ਰਹਿ ਰਹੇ ਨੇ, ਇੱਥੇ ਦੀ ਸਹੂਲਤਾਂ ਯੂਜ਼ ਕਰ ਰਹੇ ਨੇ, ਔਰ ਜਿੱਥੇ ਵੀ ਰਹਿ ਰਹੇ ਨੇ ਉਸ ਏਰੀਆ ਵਿੱਚ ਦਾ ਸਾਨੂੰ ਨੰਬਰਸ ਚਾਹੀਦੇ ਨੇ। ਹੁਣ ਜਿਸ ਤਰ੍ਹਾਂ ਸਾਊਥ ਹੋਲ ਵਿੱਚ ਵੀ ਕਾਫੀ ਫੈਮਿਲੀਜ਼ ਹੋਣਗੀਆਂ ਜਿਹੜੇ ਅਸਾਈਲਮ ਸੀਕਰਸ ਨੇ, ਸੋ ਉਹਨਾਂ ਨੂੰ ਸਾਰਿਆਂ ਨੂੰ ਰਿਕੁਐਸਟ ਕੀਤੀ ਜਾਂਦੀ ਹੈ ਕਿ ਪਲੀਜ਼ ਤੁਸੀਂ ਭਰੋ, ਕਿਉਂਕਿ ਜਿਹੜੇ ਡੇਟਾ ਕਲੈਕਟ ਹੋਏਗਾ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਇਹ ਡੇਟਾ 100 ਸਾਲ ਤੋਂ ਪਹਿਲਾਂ ਨਹੀਂ ਕਿਸੇ ਨੂੰ ਰਿਲੀਜ਼ ਹੋਏਗਾ। ਸੋ ਸਿਰਫ ਜਿਹੜਾ ਡੇਟਾ ਸਾਨੂੰ ਰਿਲੀਜ਼ ਹੋਏਗਾ ਉਹ ਹੋਏਗਾ ਨੰਬਰਸ, ਕਿਹੜੇ ਨੰਬਰਸ ਕਿੰਨੇ ਬੰਦਿਆਂ ਨੇ ਸਰਵੇ ਫਿਲ ਕੀਤਾ ਹੈ, ਬਟ ਕਿਸੇ ਦੀ ਪਰਸਨਲ ਇਨਫੋਰਮੇਸ਼ਨ ਕੋਈ ਵੀ ਨਹੀਂ ਪਬਲਿਸ਼ ਹੋਏਗੀ। ਤੇ ਇਹ ਜਿਹੜਾ ਡੇਟਾ ਹੈ ਇਹ 12 ਮਹੀਨਿਆਂ ਬਾਅਦ ਹੋਏਗਾ। ਇੱਕ ਮੈਂ ਇਹਦਾ ਦੂਸਰਾ ਪਾਰਟ ਮੈਂ ਰਾਹੀ ਜੀ ਤੋਂ ਪੁੱਛਣਾ ਚਾਹਾਂਗਾ ਇਹਦਾ ਜਵਾਬ, ਜਿਹੜੇ ਜਿਹਦਾ ਅਸਾਈਲਮ ਸੀਕਰ ਹੈ ਜਾਂ ਕਈ ਹੋਰ ਕੇਸਿਸ ਨੇ, ਅਗਰ ਉਹ ਬੰਦਾ ਉਸ ਐਡਰੈਸ ਦੇ ਉੱਪਰ ਸਿਰਫ ਪਿਛਲੇ ਵੀਕ ਹੀ ਮੂਵ ਹੋਇਆ, ਉਸ ਤੋਂ ਪਿਛਲੇ ਵੀਕ ਉਹ ਕਿਸੇ ਹੋਰ ਐਡਰੈਸ ਤੇ ਰਹਿ ਰਿਹਾ ਸੀਗਾ, ਹੋ ਸਕਦਾ ਕਿ ਅਗਲੇ 10 ਦਿਨਾਂ ਦੇ ਵਿੱਚ ਉਹ ਬੰਦਾ ਫਿਰ ਜਾਂ ਉਹ ਪਰਿਵਾਰ ਫਿਰ ਮੂਵ ਹੋ ਕੇ ਕਿਸੇ ਹੋਰ ਐਡਰੈਸ ਤੇ ਚਲੇ ਜਾਏਗਾ। ਉਹਨਾਂ ਵਾਸਤੇ ਵੀ ਜ਼ਰੂਰੀ ਹੈ ਔਰ ਉਹ ਜਿਹੜਾ ਐਡਰੈਸ ਯੂਜ਼ ਕਰਨਗੇ ਉਹ ਜਿਸ ਐਡਰੈਸ ਤੇ ਰਹਿ ਰਹੇ ਨੇ ਉਹੀ ਕਰਨ, ਜਾਂ ਉਹਨਾਂ ਨੂੰ ਇਹ ਕਹਿਣਾ ਪੈਣਾ ਕਿ ਅਸੀਂ 3 ਮਹੀਨੇ जिस एड्रेस पे रह रहे हैं वही एड्रेस देना पड़ा? तो ये सही सवाल है। तो इस सवाल का मैं उत्तर देते हुए यही बोलूंगा कि वो जहाँ पे अभी रह रहे हैं, जिस एड्रेस पे अभी जहाँ पे वो मौजूद है 21 मार्च तक या उससे पहले, वही एड्रेस वो अपना मेन एड्रेस लिखे। उसके पिछले जैसे ही अपन सेंसस के क्वेश्चन है चालू होता है, वहाँ पे वो अपने पुराने एड्रेसेस भी दर्ज कर सकते हैं, एक से अनेक भी कर सकते हैं अपने पुराने एड्रेसेस दर्ज, क्योंकि वो यूके के अंदर ही रह रहे थे। उसके बाद वो ये एड्रेस पे आए तो 21 मार्च तक या 21 मार्च से पहले वो इस एड्रेस पे मूव हुए तो उनको इसी एड्रेस का सेंसस भरना जरूरी है। अगर इसके बाद आगे जाके अगर वो कहीं और मूव हो जाते हैं, उन्होंने अपना सेंसस का फॉर्म 21 मार्च तक या फिर 21 मार्च से पहले भर दिया है तो फिर कोई प्रॉब्लम नहीं होगा, वो और कहीं भी जा सकते हैं, फिर उनसे वापस फॉर्म नहीं भराया जाएगा, या फिर वो जहाँ पे जाने वाले हैं वो लोग उनके लिए फॉर्म नहीं भरेंगे, उससे कोई प्रॉब्लम नहीं है। तो जहाँ पे वो रह रहे हैं वो सिर्फ वही का एड्रेस डाले और वही का सेंसस भरे। जी, अगला सवाल फिर राही जी तो ही है। ਜਿਹੜੇ ਸਟੂਡੈਂਟਸ ਨੇ ਇਸ ਕੰਟਰੀ ਦੇ ਵਿੱਚ ਆਏ ਹੋਏ ਨੇ, ਤੁਸੀਂ ਪਹਿਲਾਂ ਜਵਾਬ ਦੇ ਦਿੱਤਾ ਕਿ ਮੇ ਬੀ ਇਸ ਵਕਤ ਤੋਂ ਲੰਡਨ ਰਹਿ ਰਹੇ ਨੇ ਪਰ ਉਹਨਾਂ ਦੀ ਯੂਨੀਵਰਸਿਟੀ ਸਪੋਜ਼ ਹਡਰਸਫੀਲਡ ਹੈ ਜਾਂ ਵੇਲਜ਼ ਦੇ ਕਿਸੇ ਪਾਸੇ ਚੱਲ ਰਹੀ ਹੈ ਔਰ ਉਹਨਾਂ ਨੂੰ 3 ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਨੇ, ਜਾਂ ਕਿਸੇ ਕੇਸ ਵਿੱਚ ਉਹਨਾਂ ਸਿਰਫ 2 ਮਹੀਨੇ ਹੋਏ ਨੇ, ਉਹਨਾਂ ਨੂੰ ਵੀ ਫਿਲ ਕਰਨਾ ਜ਼ਰੂਰੀ ਹੈ और दोनों केसेस ਵਿੱਚ? हाँ, उनको फिल करना जरूरी है और दोनों केसेस में ही उनको फिल करना जरूरी है। तो जैसे ही हम सेंसस का फॉर्म लेते हैं उसमें आके एजुकेशन का भी क्वेश्चन आता है कि आप स्टूडेंट हो या नहीं हो। क्योंकि हमारे पास समय की थोड़ी सी कमी थी इसलिए हमने सारे क्वेश्चन इसके अंदर नहीं दिखाए हैं, पर वो एजुकेशन का क्वेश्चन जहाँ पे आता है वहां पे वो साफ साफ बता देता है कि आप स्टूडेंट हो और आपकी ये यूनिवर्सिटी है और आप ये कोर्स कर रहे हो। तो उस हिसाब से जैसे ही आपने वो इन्फॉर्मेशन फिल कर दी है, उसके पहले ही आपने बता दिया है कि आप स्टूडेंट हो, तो आप जहाँ पे रह रहे होगे वो आपका मेन एड्रेस माना जाएगा, आप जहाँ पे जाने वाले हो वो आपका टर्म एड्रेस माना जाएगा। दोनों भी इस प्रकार से आप फिलअप कर सकते हो। पर कोई भी स्टूडेंट जो यहाँ पे आने वाला है 21 मार्च से पहले या फिर 21 मार्च के बाद भी, पर जिनका एडमिशन यहाँ पे हो चुका है और जो वो एड्रेस पे रहने वाले हैं और वो 21 मार्च के बाद भी आने वाले हैं, वो भी अपना सेंसस फिल कर सकते हैं क्योंकि उन्होंने यहाँ पे एडमिशन ले लिया है 21 मार्च से पहले। जैसे कि जैन स्टेट डेट्स है, क्योंकि अभी कोरोना है वो ट्रैवल नहीं कर पा रहे, बट उनका यहाँ पे फिक्स है कि वो इस एड्रेस पे अभी रहने वाले हैं, तो वो भी भर सकते हैं सेंसस, अपना अकाउंट दे सकते हैं क्योंकि वो यहाँ पे रजिस्टर हो चुके हैं एज ए स्टूडेंट इस यूनिवर्सिटी के अंदर। इस प्रकार से अगर वो यूके तो बाहर ने तो फिर उन्होंने को यूके का नंबर होना जरूरी है क्योंकि उस ताई उन्होंने एक्सेस कोड मिलेगा। जी, अगला क्वेश्चन मेरा सुशील कौर जी तो है
ਇਹ ਹੈ ਕਿ ਕੁਝ ਲੈਂਡਲੋਰਡ ਨੇ ਜਿਹੜੇ ਉਹ ਆਪਣੇ ਟੈਨੈਂਟਸ ਨੂੰ ਫਾਰਮ ਭਰਨ ਦੀ ਇਜਾਜ਼ਤ ਨਹੀਂ ਦੇ ਰਹੇ। ਜਿੱਦਾਂ ਹੀ ਸੈਂਸਸ ਦਾ ਫਾਰਮ ਆਇਆ, ਲੈਂਡਲੋਰਡ ਉਹ ਫਾਰਮ ਨਾਲ ਚੁੱਕ ਕੇ ਲੈ ਗਏ, ਕਿਉਂਕਿ ਉਸ ਘਰ ਦੇ ਵਿੱਚ ਜਾਂ ਉਸ ਫਲੈਟ ਦੇ ਵਿੱਚ ਜਿਹੜੇ ਉਹਨਾਂ ਦੇ ਬੰਦੇ ਰਹਿ ਰਹੇ ਨੇ, ਟੈਨੈਂਟਸ ਨੇ, ਉਹ ਕੈਸ਼ ਇਨ ਹੈਂਡ ਨੇ, ਜਿਹਦੀ ਕਿ ਇਨਕਮ ਉਹ ਸ਼ੋ ਨਹੀਂ ਕਰ ਰਹੇ। ਸੋ ਟੈਨੈਂਟਸ ਵੱਲੋਂ ਸਵਾਲ ਸੀ ਕਿ ਸਾਨੂੰ ਇਹ ਭਰਨਾ ਪੈਣਾ, ਜੇ ਅਸੀਂ ਭਰ ਦਿੱਤਾ ਕੀ ਸਾਡੇ ਲੈਂਡਲੋਰਡ ਨੂੰ ਪਤਾ ਚੱਲ ਜਾਏਗਾ ਕਿ ਅਸੀਂ ਫਾਰਮ ਭਰਿਆ ਸੀ, ਕਿ ਉਹ ਲੈਂਡਲੋਰਡ ਵਾਪਸ ਆ ਕੇ ਉਹਨਾਂ ਨੂੰ ਤੰਗ ਤਾਂ ਨਹੀਂ ਕਰੇਗਾ? ਨਹੀਂ, ਇਹ ਕਿ ਗੱਲ ਮੈਂ ਪਹਿਲਾਂ ਵੀ ਦੱਸੀ ਸੀ ਕਿ ਕੋਈ ਵੀ ਇਨਫੋਰਮੇਸ਼ਨ ਤੁਸੀਂ ਫਾਰਮ ਭਰਦੇ ਹੋ, ਕਿਸ ਤਰ੍ਹਾਂ ਭਰਦੇ ਹੋ, ਇਹ ਕੋਈ ਇਨਫੋਰਮੇਸ਼ਨ ਲੈਂਡਲੋਰਡ ਨੂੰ ਨਹੀਂ ਜਾਏਗੀ। ਇਹ ਸਾਰੀ ਇਨਫੋਰਮੇਸ਼ਨ ਸੇਫ ਹੈ। ਤੇ ਜਦੋਂ ਫਾਰਮ ਆਉਂਦਾ ਵੀ ਹੈ ਤੇ ਉਹਦੇ ਉੱਪਰ ਕੋਈ ਐਨਵਲਪ ਵਿੱਚ ਕੋਈ ਇੰਡੀਕੇਸ਼ਨ ਨਹੀਂ ਹੈ ਕਿ ਇਹ ਸੈਂਸਸ ਦਾ ਫਾਰਮ ਹੋਏਗਾ। ਸੋ ਤੁਸੀਂ ਬੇਝਿਜਕ ਫਾਰਮ ਫਿਲ ਕਰੋ, ਕਿਉਂਕਿ ਇਹ ਇਨਫੋਰਮੇਸ਼ਨ ਕਿਸੇ ਨੂੰ ਨਹੀਂ ਜਾਣ ਵਾਲੀ। ਇਹ ਸਿਰਫ ONS ਵਾਲਿਆਂ ਕੋਲ ਹੋਏਗੀ, ਔਰ ਉਹ ਵੀ 100 ਸਾਲਾਂ ਤੱਕ। ਜੀ, ਇਹਦੇ ਨਾਲ ਦਾ ਕੁਐਸਚਨ ਤੁਹਾਡੇ ਨਾਲ ਮੈਂ ਦੁਬਾਰਾ ਪੁੱਛਣਾ ਚਾਹ ਰਿਹਾ। ਉਹ ਕੁਐਸਚਨ ਇਹ ਹੈ ਕਿ ਜਿਹੜੇ ਹੁਣ ਆਪਾਂ ਇਸੇ ਕੇਸ ਦੀ ਗੱਲ, ਅਗਰ ਇਸੇ ਕੇਸ ਨੂੰ ਲਈਏ, ਉਸ ਘਰ ਦੇ ਵਿੱਚ 3 ਲੜਕੇ ਰਹਿ ਰਹੇ ਨੇ। ਅਗਰ ਉਹ 3 ਲੜਕੇ ਨੇ, ਤਿੰਨੋਂ ਨੌਨ ਰਿਲੇਟਡ ਨੇ, ਕੋਡ ਉਹਨਾਂ ਕੋਲ ਕੋਈ ਵੀ ਨਹੀਂ ਹੈ, ਸੋ ਬੇਸਿਕਲੀ ਉਹਨਾਂ ਨੂੰ ਵੈਬਸਾਈਟ ਤੇ ਜਾ ਕੇ ਨਵਾਂ ਕੋਡ ਰਿਕੁਐਸਟ ਕਰਨਾ ਪਵੇਗਾ, ਔਰ ਤਿੰਨ ਕੋਡ ਅਲੱਗ-ਅਲੱਗ ਰਿਕੁਐਸਟ ਕਰਨਗੇ, ਔਰ ਤਿੰਨੋਂ डिफरेंट कोड यूज करके फॉर्म भरेंगे। हाँ जी, हाँ जी। जी, इसमें एक प्रकार से ऐसा भी हो सकता है कि अगर वो तीनों में से सिर्फ कोई एक बंदा अगर हाउस होल्ड बनने की रिस्पॉन्सिबिलिटी लेता है, तो वो अपने आप को एज अ हाउस होल्डर बता सकता है, और वो बाकी दोनों को, जैसे हमने आगे बताया था कि नाम वो ऐड करवा के वो एक ही एक्सेस कोड से वो तीनों के तीनों लोग अपना फॉर्म भर सकते हैं, अगर वो तीनों आपस में डिसाइड कर ले कि कौन हाउस होल्ड बनेगा और उसके हिसाब से। जी, ਇਹਦੇ ਵਿੱਚ ਇੱਕ ਕੁਐਸਚਨ ਆਉਂਦਾ, ਉਹਦਾ ਜਵਾਬ ਤੁਸੀਂ ਪਹਿਲਾਂ ਦੇ ਦਿੱਤਾ, ਪਰ ਜਸਟ ਇੱਕ ਰਿਮਾਈਂਡਰ ਹੈ। ਇੱਕ ਘਰ ਦੇ ਵਿੱਚ ਅਗਰ ਮੰਨ ਲਓ ਲੈਂਡਲੋਰਡ ਦੇ 3 ਬੰਦੇ ਰਹਿ ਰਹੇ, 2 ਉਹਨਾਂ ਨੇ ਸਟੂਡੈਂਟਸ ਜਾਂ ਕੋਈ ਆਪਣੇ ਟੈਨੈਂਟ ਰੱਖੇ ਹੋਏ ਨੇ, ਜਾਂ ਪੇਇੰਗ ਗੈਸਟ ਤੁਸੀਂ ਕਹਿ ਲਓ ਰੱਖੇ ਹੋਏ ਨੇ, ਸੋ ਉਸ ਘਰ ਦੇ ਵਿੱਚ 5 ਬੰਦੇ ਹੋ ਗਏ। ਸੋ ਜਿਸ ਤਰ੍ਹਾਂ ਅਸੀਂ ਪਹਿਲੇ ਦੇਖਿਆ ਕਿ ਲੈਂਡਲੋਰਡ ਕਰੇਗਾ ਕਿ ਮੈਂ ਆਪਣੇ ਟੈਨੈਂਟਸ ਦੇ ਬਿਹਾਫ ਤੇ ਵੀ ਭਰ ਰਿਹਾ, ਸੋ 2 ਸੈਕਸ਼ਨ ਬਣ ਗਏ। ਇੱਕ ਸੈਕਸ਼ਨ ਦੇ ਵਿੱਚ ਲੈਂਡਲੋਰਡ ਭਰੇਗਾ, ਔਰ ਜਿਹੜਾ ਦੂਸਰਾ ਸਬ ਸੈਕਸ਼ਨ ਉਹਦੇ ਵਿੱਚ ਆਪਣੇ ਟੈਨੈਂਟਸ ਬਾਰੇ ਵੀ ਭਰੇਗਾ। ਜਾਂ दूसरे केस ਵਿੱਚ ਲਈਏ ਕਿ ਟੈਨੈਂਟ ਜਿਹੜਾ ਲੈਂਡਲੋਰਡ ਕਹੇਗਾ ਕਿ ਮੈਂ ਆਪਣਾ ਆਪ ਭਰਨਾ, ਤੁਸੀਂ ਆਪਣਾ ਭਰਨਾ ਭਰੋ, ਨਹੀਂ ਭਰਨਾ ਨਾ ਭਰੋ, ਇਟਸ ਯੋਰ ਰਿਸਪੌਂਸਿਬਿਲਿਟੀ। ਹਾਂਜੀ, ਸੋ ਉਹ ਹੁਣ ਡਿਪੈਂਡ ਕਰਦਾ ਲੈਂਡਲੋਰਡ ਉੱਪਰ ਕਿ ਅਗਰ ਉਹ ਆਪਣਾ ਮਿਸ ਭਰਦਾ ਵੈ, ਤੇ ਬਾਕੀ ਜਿਹੜੇ ਟੈਨੈਂਟਸ ਨੇ ਜਾਂ ਪੇਇੰਗ ਗੈਸਟ ਨੇ ਜਿਹੜੇ ਵੀ ਹੈਗੇ, ਉਹ ਕਹਿੰਦਾ ਮੈਂ ਤੁਹਾਨੂੰ ਮੇਰੇ ਮਿਸ ਐਡਰੈਸ ਤੇ ਤੁਹਾਨੂੰ ਇਨਕਲੂਡ ਕੀਤਾ, ਤੇ ਹੁਣ ਤੁਸੀਂ ਇਹ ਭਰਨਾ ਵੈ। ਸੋ ਔਰ ਇੰਨੀ ਤਰੀਕ ਤੱਕ ਭਰਨਾ ਹੈ, ਸੋ ਤੁਸੀਂ ਇਹ ਭਰ ਕੇ ਸਬਮਿਟ ਕਰਨਾ ਹੈ। ਸੋ ਲੇਕਿਨ ਉਸ ਵਿੱਚ ਫਿਰ ਇੱਕ ਕਨਫਿਊਜ਼ਨ ਹੈ ਹੋ ਜਾਂਦੀ ਹੈ। ਅਗਰ ਲੈਂਡਲੋਰਡ ਕਹਿੰਦਾ ਓਕੇ ਤੁਸੀਂ ਜੋ ਕਰਨਾ ਕਰੋ, ਹੁਣ ਮੈਂ ਤਾਂ ਆਪਣਾ ਕੰਮ ਕਰ ਦਿੱਤਾ ਹੈ, ਔਰ ਅਗਰ ਫਾਰਮ ਟਾਈਮ ਸਿਰ ਨਹੀਂ ਸਬਮਿਟ ਹੋਇਆ, ਜਿਸ ਤਰ੍ਹਾਂ ਵੈਸੇ ਦੱਸਿਆ ਕਿ 29 ਅਪ੍ਰੈਲ ਤੱਕ ਤੁਹਾਨੂੰ ਰਿਮਾਈਂਡਰਸ ਆਉਂਦੇ ਰਹਿਣਗੇ, ਫਿਰ ਮੈਂ ਉਹ ਰਿਮਾਈਂਡਰਸ ਆਉਂਦੇ ਰਹਿਣਗੇ। ਸੋ ਇਟਸ ਬੈਟਰ ਕਿ ਉਹ ਲੋਕ ਆਪਣਾ ਸੈਪਰੇਟ ਐਕਸੈਸ ਕੋਡ ਲੈ ਲੈਣ। ਜੀ, ਇੱਕ ਅਗਲਾ ਸਵਾਲ ਹੈ ਰਾਹੀ ਜੀ ਵਾਸਤੇ, ਜਿਹੜੇ ਹੁਣ ਆਪਣਾ ਕੋਡ ਆ ਰਿਹਾ, ਕਈ ਲੋਕਾਂ ਨੂੰ ਲੈਟਰਸ ਨਹੀਂ ਪਹੁੰਚੀਆਂ, ਉਹਨਾਂ ਕੋਲ ਕੋਡ ਨਹੀਂ ਹੈ, ਕਈ ਵਾਰ ਮੈਸੇਜ ਕਰ ਰਹੇ ਤਾਂ ਮੈਸੇਜ ਆ ਰਹੇ ਨੇ ਜੀ ਸਾਡੇ ਕੋਲ ਹਾਲ ਤੱਕ ਤਾਂ ਚਿੱਠੀ ਆਈ ਨਹੀਂ ਕੋਈ, ਜਾਂ ਮਿਸਪਲੇਸ ਹੋ ਗਈ। ਐਸੀ ਕਿਹੜੀ ਕੱਟ ਆਫ ਡੇਟ ਹੈ, ਮਤਲਬ ਅਗਰ 21 ਮਾਰਚ ਹੈ ਤਾਂ ਮੈਂ ਕਦੋਂ ਤੱਕ ਵੇਟ ਕਰਾਂ ਕਿ ਮੈਨੂੰ ਕੋਡ ਆਏ, ਜਾਂ ਮੈਂ ਸਟੇਟਵੇ ਹੁਣੇ ਇੰਟਰਨੈਟ ਤੇ ਜਾਵਾਂ ਔਰ ਕੋਡ ਅਪਲਾਈ ਕਰਦੇ ਹਾਂ, ਜਾਂ ਮੈਂ ਫਰਾਈਡੇ ਤੱਕ ਵੇਟ ਕਰਾਂ ਕਿਉਂਕਿ ਸੰਡੇ ਲਾਸਟ ਡੇਟ ਹੈ, ਜਾਂ मैं सैटरडे तक वेट करा? वो ऐसा कुछ कट ऑफ टाइम भी है? वैसे यहाँ पे 21 मार्च तक आप वेट कर सकते हो, या मैं ऐसा बताना चाहूंगा कि आप 21 मार्च तक वेट कीजिए अगर आपके पास एक्सेस कोड आता है या नहीं आता। अगर आपके पास फिर भी एक्सेस कोड नहीं आता है तो आप ऑनलाइन जाके आई डोंट हैव एन एक्सेस कोड पे क्लिक करके आप अपना एक्सेस कोड मंगवा सकते हो और सेंसस भर भी सकते हो। क्योंकि 21 मार्च हम यहाँ पे हाईलाइट करना चाहते हैं कि वो एक सेंसस डे है, तो ज्यादातर लोग सोचते हैं कि हाँ इस दिन पे हम एक साथ ही बैठ के, ये रविवार को ही आ रहा है 21 मार्च, एक साथ ही बैठ के हम सेंसस भर सकते हैं, तो आप वैसा भी कर सकते हो। या तो उसके पहले भी अगर आपको ऐसा झिझक है कि मैं 21 मार्च तक वेट नहीं करना चाहता और मैं अभी भर देना चाहता हूँ, तो आप अभी भी आई डोंट हैव एन एक्सेस कोड करके आप सेंसस अपने मोबाइल पे आप एक्सेस कोड मंगवा के आप भर सकते हो। और मैं इसके अंदर ये भी बोलना चाहूंगा कि अगर आप दोनों भी ना कर पाए तो भी जैसे ही इसके आगे वाला प्रोसेस चालू होगा डोर नॉक वाला, वहां पे भी वो सेंसस फील्ड सपोर्ट टीम भी आपका हेल्प कर सकती है। वो
आपके ऑन योर बिहाफ वो एक्सेस कोड आपको दे सकती है, या तो फिर आपको कई प्रकार से और वो आपको सहायता दे सकती है फॉर्म फिलअप करने के लिए। तो ऐसा नहीं है कि सेंसस फील्ड सपोर्ट नहीं आएगा, वो भी आपको हेल्प कर सकता है। और आप अपने आप से भी आप 21 मार्च से पहले या 21 मार्च को भी आप अपना सेंसस भर सकते हो। अगर आप ऐसा हो गया कि आपने आपका कोड भी मंगवा लिया और इनविटेशन लेटर भी आ गया, आप दोनों में से कोई भी एक यूज कर सकते हो, सेंसस भर सकते हो। दूसरी बार आप वही एड्रेस पे भरने की कोशिश करोगे तो वो नहीं आपसे हो पाएगा, क्योंकि आप ऑलरेडी एक बार भर चुके हो, तो वो डुप्लीकेशन वैसे भी वेबसाइट पे वो आपको नहीं करने देता है। तो उस प्रकार से आपको क्लियर हो जाएगा कि ये एक हाउस होल्डर ने ऑलरेडी सेंसस भर दिया है। ਇੱਥੇ ਮੈਂ ਦਰਸ਼ਕਾਂ ਨੂੰ ਇੱਕ ਚੀਜ਼ ਦੱਸਦਾ ਚੱਲਾਂ ਕਿ ਜਿਹੜੀ ਸਮਰੀ ਉਹ ਨਿਕਲ ਰਹੀ ਹੈ ਕਿ ਜੋ 21 ਤਰੀਕ ਹੈ, ਜੋ ਪੁਰਾਣਾ ਐਕਸਪੀਰੀਅੰਸ ਹੈ ਸਾਡਾ, ਜਦੋਂ ਸਾਰੇ ਲੋਕ ਇੱਕ ਟਾਈਮ ਤੇ ਇੱਕ ਚੀਜ਼ ਨੂੰ ਅਸੈਸ ਕਰਨਾ ਚਾਹੁੰਦੇ ਨੇ, ਕਈ ਵਾਰ ਵੈਬਸਾਈਟ ਜਿਹੜੀਆਂ ਨੇ ਉਹ ਡਾਊਨ ਹੋ ਜਾਂਦੀਆਂ ਨੇ, ਕਈ ਵਾਰ ਉਹ ਐਕਸੈਸਿਬਲ ਨਹੀਂ ਹੋ ਸਕਦੀਆਂ। ਹੋ ਸਕਦਾ ਜਦੋਂ ਸਾਰੇ 21 ਤਰੀਕ ਨੂੰ ਸਬਮਿਟ ਕਰਨ ਲੱਗੀਏ ਤਾਂ ਸ਼ਾਇਦ ONS ਦੀ ਵੈਬਸਾਈਟ ਹੈ ਜਿਹੜੀ ਉਹ ਨਾ ਚੱਲੇ, ਅਕਸਰ ਦੇਖਣ ਨੂੰ ਮਿਲਦਾ। ਸ਼ਾਇਦ ਸਰਕਾਰ ਨੇ ਉਹਦਾ ਇੰਤਜ਼ਾਮ ਕੀਤਾ, ਪਰ ਅਗਰ ਕਿਸੇ ਕਾਰਨ ਕਰਕੇ ਤੁਸੀਂ ਉਸ ਦਿਨ ਸਬਮਿਟ ਨਾ ਕਰ ਸਕੇ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਉਸ ਤੋਂ 1-2 ਦਿਨ ਬਾਅਦ ਵੀ ਇਹਨੂੰ ਸਬਮਿਟ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਤੁਹਾਡਾ ਫਾਰਮ ਸੇਵ ਰਹੇਗਾ, ਇਨਫੋਰਮੇਸ਼ਨ ਡਿਲੀਟ ਨਹੀਂ ਹੋਏਗੀ, ਪਰ ਸਬਮਿਟ ਤੁਸੀਂ ਉਹਦਾ ਹਫਤਾ ਬਾਅਦ ਵੀ ਕਰ ਸਕਦੇ ਹੋ, ਉਹਦੇ ਵਿੱਚ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਅਗਲਾ ਸਵਾਲ ਮੇਰਾ ਹੈ ਸੁਸ਼ੀਲਾ ਜੀ ਤੋਂ। ਹਾਂਜੀ ਜਿਹੜੇ ਕੁਝ ਲੋਕ ਨੇ ਜਿਹੜੇ ਯੂਕੇ ਦੇ ਵਿੱਚ ਐਂਟਰ ਹੋਏ ਨੇ, ਕੁਝ ਲੋਕ ਜਹਾਜ਼ ਤੋਂ ਆਉਂਦੇ ਨੇ, ਕੁਝ ਲੋਕ ਮੋਸਟਲੀ ਤਾਂ ਆਪਾਂ ਬਾਏ 에ਅਰਪਲੇਨ ਹੀ ਆਏ, ਕੁਝ ਬਾਏ ਸੀ ਵੀ ਆਏ ਹੋਣਗੇ, ਕੁਝ ਲੋਕ ਐਸੇ ਵੀ ਨੇ ਜਿਹੜੇ ਕਿ ਲੋਰੀਆਂ ਤੋਂ ਆਏ ਹੋਏ ਨੇ। ਮੇਰਾ ਮਤਲਬ ਤੁਸੀਂ ਸਮਝ ਗਏ ਹੋ, ਉਹਨਾਂ ਕੋਲ ਨਾ ਤਾਂ ਕੋਈ ਆਈਡੀ ਹੈ, ਨਾ ਕੋਈ ਪਾਸਪੋਰਟ ਹੈ, ਨਾ ਕੋਈ ਆਪਣੀ ਆਇਡੈਂਟੀਟੀ ਪ੍ਰੂਫ ਕਰ ਸਕਦੇ ਨੇ, ਪਰ ਉਹ ਰਹਿ ਰਹੇ ਨੇ, ਕੰਮ ਵੀ ਕਰ ਰਹੇ ਨੇ। ਉਹਨਾਂ ਲੋਕਾਂ ਵਾਸਤੇ ਵੀ ਇਹ ਭਰਨਾ ਜ਼ਰੂਰੀ ਹੈ ਔਰ ਆਪਣਾ ਐਡਰੈਸ ਦੱਸ ਸਕਦੇ ਨੇ। ਹਾਂਜੀ ਜਿਸ ਤਰ੍ਹਾਂ ਮੈਂ ਲਾਸਟ ਟਾਈਮ ਵੀ ਤਾਂ ਦੱਸਿਆ ਸੀ ਕਿ ਉਹਨਾਂ ਨੂੰ ਵੀ ਭਰਨਾ ਜ਼ਰੂਰੀ ਹੈ, ਕਿਉਂਕਿ ਉਹ ਲੋਕ ਜਿਸ ਤਰ੍ਹਾਂ ਸਾਰੀਆਂ ਸਹੂਲਤਾਂ ਸਾਡੀਆਂ ਯੂਜ਼ ਕਰ ਰਹੇ ਨੇ ਇੱਥੇ ਦੀਆਂ, ਜੇ ਉਹ ਪਤਾ ਚੱਲੇਗਾ ਕਿ ਇੰਨੇ ਬੰਦੇ ਇਹ ਬੰਦਾ ਇੱਥੇ ਰਹਿ ਰਿਹਾ, ਇਹ ਬੰਦਾ ਟਰਾਂਸਪੋਰਟ ਯੂਜ਼ ਕਰਦਾ ਹੈ, ਜਾਂ ਇਹ ਬੰਦਾ ਕੰਮ ਕਰ ਰਿਹਾ। ਸੋ ਉਹ ਸਾਰੀ ਜਿਹੜਾ ਇਨਫੋਰਮੇਸ਼ਨ ਹੈ ਸਾਰੀ ਹੈਲਪ ਕਰੇਗੀ ਸਾਡੇ ਲੋਕਲ ਅਥਾਰਟੀਜ਼ ਨੂੰ ਡਿਸਾਈਡ ਕਰਨ ਵਾਸਤੇ ਕਿ ਕਿਸ ਤਰ੍ਹਾਂ ਦੀ ਸਹੂਲਤਾਂ ਸਾਨੂੰ ਦੇਣੀਆਂ। ਸੋ ਉਹ ਬਹੁਤ ਇੰਪੋਰਟੈਂਟ ਹੈ ਕਿ ਇਹ ਲੋਕ ਵੀ ਪਲੀਜ਼ ਫਿਲ ਕਰਨ। ਅਗਲਾ ਸਵਾਲ ਤੁਹਾਡੇ ਦੋਨਾਂ ਵਾਸਤੇ ਹੈ ਜੀ। ਅਗਰ ਕਿਸੇ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਐਕਸੈਸ ਕੋਡ ਉਹਨਾਂ ਨੇ ਲੈਣਾ ਆ, ਤਾਂ ਵੈਬਸਾਈਟ ਐਡਰੈਸ ਕੀ ਹੈ ਜਿਸ ਵੈਬਸਾਈਟ ਤੇ ਜਾ ਕੇ ਉਹ ਜਿਹੜਾ ਆਪਣੀ ਇਨਫੋਰਮੇਸ਼ਨ ਲੱਭ ਸਕਦੇ ਨੇ? ਅਗਰ ਤੁਸੀਂ ਉਸ ਦਾ ਵੈਬਸਾਈਟ ਦਾ ਤੁਸੀਂ ਦੱਸ ਸਕੋ ਤਾਂ ਕਿ ਲੋਕ ਕਿਸੇ ਗਲਤ ਜਗ੍ਹਾ ਤੇ ਨਾ ਜਾਣ, ਕਿਉਂਕਿ ਅਗਰ ਕਈ ਵਾਰ ਕੋਈ ਦੂਸਰੇ ਲਿੰਕ ਲੋਕੀ ਫਾਇਦਾ ਉਠਾ ਕੇ ਕੋਈ ਸਕੈਮਰਸ ਆਪਣਾ ਐਡਰੈਸ ਦੇ ਕੇ ਲੋਕਾਂ ਦੀ ਇਨਫੋਰਮੇਸ਼ਨ ਅਸੈਸ ਕਰ ਸਕਦੇ ਨੇ। ਜਿਸ ਤਰ੍ਹਾਂ ਸਕਰੀਨ ਤੇ ਤੁਸੀਂ ਦੇਖਿਆ www.census.gov.uk, ਇਸ ਵੈਬਸਾਈਟ ਤੇ ਤੁਸੀਂ ਜਾ ਕੇ ਜਿੱਥੇ ਲਿਖਿਆ ਯੂ ਡੋਂਟ ਹੈਵ ਅ ਕੋਡ, ਤੁਸੀਂ ਉਹ ਕਲਿੱਕ ਕਰੋ ਤੇ ਤੁਹਾਨੂੰ ਫਿਰ ਤੁਹਾਡਾ ਟੈਲੀਫੋਨ ਨੰਬਰ ਉਹਦੇ ਵਿੱਚ ਪਾਓ ਤੇ ਤੁਹਾਨੂੰ ਐਕਸੈਸ ਕੋਡ ਆ ਜਾਏਗਾ। ਦਰਸ਼ਕਾਂ ਵਾਸਤੇ ਬੜੀ ਜ਼ਰੂਰੀ ਇਨਫੋਰਮੇਸ਼ਨ ਹੈ, ਜਿਹੜਾ ਇਹ ਕੋਡ ਹੈ ਇਹ ਐਂਡਿੰਗ ਵਿਦ .gov.uk ਹੈ। ਜਿਹੜੀ .gov ਹੈ ਸਰਕਾਰੀ ਜਿਹੜੇ ਆਪਣੇ ਐਡਰੈਸਿਸ ਨੇ, ਸੋ ਇਹਨਾਂ ਨੂੰ ਛੱਡ ਕੇ ਕੋਈ ਹੋਰ ਵੀ ਦੂਸਰੀ ਤੀਸਰਾ ਅਗਰ ਤੁਹਾਨੂੰ ਐਡਰੈਸ ਦਿਖ ਰਿਹਾ ਹੈ ਤਾਂ ਉਹਦੇ ਉੱਪਰ ਜਾ ਕੇ ਕਲਿੱਕ ਕਰਕੇ ਆਪਣੀ ਡਿਟੇਲਸ ਸ਼ੇਅਰ ਨਾ ਕਰੋ ਜੀ। ਇੱਕ ਚੀਜ਼ ਹੋਰ ਹੈ, ਇੱਕ ਆਪਾਂ ਕਹਿ ਰਹੇ ਕਿ ਅਗਰ ਅਸੀਂ ਨਾ ਭਰਿਆ ਗਿਆ ਤਾਂ ਸਰਕਾਰ ਫਾਈਨ ਵੀ ਕਰ ਸਕਦੀ ਹੈ। ਉਹ ਜਿਹੜਾ ਫਾਈਨ ਹੈ, ਕਈ ਲੋਕਾਂ ਦੀਆਂ ਤਾਂ ਗੱਲਾਂ ਹੀ ਹੁੰਦੀਆਂ ਨੇ, ਫਾਈਨ ਕਿਹੜਾ ਕਰਨ ਵਾਲਾ ਔਰ ਕੌਣ ਕਰਨ ਵਾਲਾ, ਜੇ ਕਰ ਲਿਆ ਤਾਂ ਕਿੱਦਾਂ ਵਸੂਲਣਗੇ ਔਰ ਕਿਹਦੇ ਤੋਂ ਵਸੂਲਣਗੇ। ਅਗਰ ਲੈਂਡਲੋਰਡ ਨੂੰ ਆ ਗਿਆ ਆਪਣੀ ਪ੍ਰਾਪਰਟੀ ਨੰਬਰ 2 ਵਾਸਤੇ ਔਰ ਲੈਂਡਲੋਰਡ ਕਹਿੰਦਾ ਜੀ ਮੈਂ ਤਾਂ ਆਪਣੇ ਟੈਨੈਂਟਸ ਨੂੰ ਕਹਿਤਾ ਸੀ ਭਰਨ ਵਾਸਤੇ, ਉਹਨਾਂ ਨੇ ਨਹੀਂ ਭਰਿਆ ਤਾਂ ਮੇਰਾ ਕੀ ਕਸੂਰ ਹੈ, ਔਰ ਹੁਣ ਉਹ ਟੈਨੈਂਟ ਛੱਡ ਕੇ ਚਲੇ ਗਏ। ਇਹ ਐਕਸਕਿਊਜ਼ ਆਪਣੇ ਕੋਲ ਪਹਿਲਾਂ ਹੀ ਰੈਡੀ ਹੁੰਦੇ ਨੇ ਆਲਰੇਡੀ, ਸਾਨੂੰ ਪਤਾ ਕਿ ਅਸੀਂ ਕੀ ਕਰਨਾ, ਕਿਉਂਕਿ ਕਈਆਂ ਦੀ ਮੈਂਟੈਲਿਟੀ ਇਸ ਤਰੀਕੇ ਦੀ ਹੈ। ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਕੁਝ ਲੈਂਡਲੋਰਡਸ ਵੱਲੋਂ ਵੀ ਕਾਫੀ ਨਿਊਜ਼ ਨੇ ਕਿ ਉਹ ਬਲੌਕ ਕਰ ਰਹੇ ਨੇ ਆਪਣੇ ਟੈਨੈਂਟਸ ਨੂੰ ਫਿਲ ਕਰਨ ਤੋਂ। ਅਗਰ ਉਹਨਾਂ ਨੂੰ ਇਸ ਤਰ੍ਹਾਂ ਕੋਈ ਰਿਮਾਈਂਡਰ ਆਉਂਦਾ ਹੈ ਔਰ ਅਗਰ ਕੋਈ ਉੱਥੇ ਰਹਿ ਨਹੀਂ ਰਿਹਾ ਤੇ ਉਹ ਕਹਿ ਸਕਦੇ ਨੇ ਕਿ ਇਹ ਬੰਦਾ ਇੱਥੇ ਰਹਿ ਨਹੀਂ ਰਿਹਾ, ਇਹ ਮੇਰੀ ਰੈਂਟਡ ਪ੍ਰੋਪਰਟੀ ਹੈਗੀ ਹੈ, ਪਹਿਲਾਂ ਉਹ ਬੰਦਾ ਇੱਥੇ ਰਹਿੰਦਾ ਸੀਗਾ ਪਰ ਹੁਣ ਉਹ ਬੰਦਾ ਚਲਾ ਗਿਆ, ਸੋ ਇਹ ਹੁਣ ਐਮਟੀ ਹੈ। ਸੋ ਉਸਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ। ਔਰ ਅਗਰ ਉੱਥੇ ਕੋਈ ਰਹਿ ਰਿਹਾ ਫਿਰ ਉਸ ਬੰਦੇ ਨੂੰ उस बंदे ਨੂੰ फाइन होएगा, लैंडलॉर्ड ਨੂੰ नहीं होगा। और जो फाइन वसूलिया जाना, कि वाकई फाइन वसूलिया जाएगा या गल्ला ही ने?
ਔਰ ਜ਼ਰੂਰ ਹੋਏਗਾ, ਕਿੱਦਾਂ ਜ਼ਰੂਰ ਉਹ ਹੋਏਗਾ। ਸਿਸਟਮ ਵਰਕ ਕਰੇਗਾ? I can ONS office ਤੋਂ ਹੀ can ਆਏਗਾ ਫਾਈਨ। I can ਜਿਹੜੇ ਬੰਦੇ ਮੀਨਸ ਫੀਲਡ ਵਰਕਰਸ ਨੇ ਉਹ ਨਹੀਂ ਇਸ਼ੂ ਕਰਨਗੇ, ਤੁਹਾਨੂੰ ਬਾਈਕ ਲੈਟਰਸ ਆਉਣਗੀਆਂ ਕਿ ਤੁਸੀਂ I can 29 ਅਪ੍ਰੈਲ ਤੱਕ ਤੁਹਾਨੂੰ ਡੈਡਲਾਈਨ ਦਿੱਤੀ ਗਈ ਸੀਗੀ ਕਿ ਤੁਸੀਂ ਭਰ ਲਓ, ਨਹੀਂ ਭਰਿਆ ਹੁਣ ਤੁਹਾਡੇ ਉੱਪਰ ਫਾਈਨ ਦਿੱਤਾ ਜਾਏਗਾ। ਤੇ ਔਰ ਅਗਰ ਤਾਂ ਵੀ ਨਹੀਂ ਤੁਸੀਂ ਫਾਈਨ ਵੀ ਨਹੀਂ ਭਰਦੇ ਫਿਰ ਤੁਹਾਨੂੰ ਕੋਰਟ ਵੀ ਲੈ ਕੇ ਜਾ ਸਕਦੇ। ਸੋ ਇਹ ਤੁਹਾਡੇ ਹੀ ਹੱਥ ਵਿੱਚ ਹੈ ਕਿ ਤੁਸੀਂ ਇਹ ਸਾਰਾ ਕੁਝ ਜਿੰਨੀ जल्दी हो सके ਤੁਸੀਂ पढ़ो। और जी। यहाँ पे वेबसाइट में भी लिखा गया है यू मस्ट कंप्लीट द सेंसस बाय लॉ। ये ऑफेंस माना जाएगा अगर आपने कंप्लीट नहीं किया। और यहाँ पे जैसे कि सुशील जी ने यहाँ पे बताया उनको फाइन भी लग सकता है, और अगर आगे वो फाइन नहीं भरेंगे तो उनको कोर्ट भी लेके जाया जा सकता है। ਸੋ ਦਰਸ਼ਕਾਂ ਵਾਸਤੇ ਮੈਂ ਦੁਬਾਰਾ ਦੱਸਣਾ ਚਾਹੁੰਦਾ ਕਿ ਸੈਂਸਸ ਨੂੰ ਫਿਲ ਕਰਨਾ ਇੱਕ ਰეკਮੈਂਡੇਸ਼ਨ ਨਹੀਂ ਹੈ, ਇਹ ਲਾਅ ਹੈ। ਜਿੱਦਾਂ ਆਪਾਂ ਕਹਿੰਦੇ ਰੋਂਗ ਸਾਈਡ ਚਲਾਉਣਾ ਜਿਹੜਾ ਆ ਉੱਥੇ ਤੁਹਾਨੂੰ ਫਾਈਨ ਹੋ ਸਕਦਾ, ਲਾਅ ਹੈ, ਤੁਸੀਂ ਰੋਂਗ ਸਾਈਡ ਗੱਡੀ ਡਰਾਈਵ ਨਹੀਂ ਕਰ ਸਕਦੇ। ਸੋ ਇਹ ਵੀ ਇੱਕ ਤਰ੍ਹਾਂ ਨਾਲ ਲਾਅ ਹੀ ਹੈ। ਯੂ ਹੈਵ ਟੂ ਫਿਲ ਅ ਫਾਰਮ, ਤੁਹਾਨੂੰ ਫਾਰਮ ਫਿਲ ਕਰਨਾ ਹੀ ਪੈਣਾ ਹੈ। ਨਾ ਫਿਲ ਕਰਨ ਦੀ ਹਾਲਤ ਵਿੱਚ ਉਸ ਪ੍ਰਾਪਰਟੀ ਦੇ ਟੈਨੈਂਟ ਜਾਂ ਮਾਲਕ ਜੋ ਵੀ ਸਰਕਾਰ ਕੋਲ ਤਰੀਕੇ ਹੁੰਦੇ ਨੇ ਪ੍ਰੂਵ ਕਰਨ ਦੇ ਕਿ ਉਸ ਪ੍ਰਾਪਰਟੀ ਵਿੱਚ ਕੌਣ ਰਹਿ ਰਿਹਾ, ਕਿਉਂਕਿ ਸਰਕਾਰ ਜਿਹੜੀ ਆ ਔਰ ਉਹਨੂੰ ਕਾਫੀ ਇਨਫੋਰਮੇਸ਼ਨ ਆਲਰੇਡੀ ਹੁੰਦੀ ਹੈ। ਸੋ ਇਹਨੂੰ ਸੀਰੀਅਸਲੀ ਲਓ ਔਰ ਇਹਨੂੰ ਫਿਲ ਕਰਵਾਓ। ਆਖਿਰ ਵਿੱਚ ਪ੍ਰੋਗਰਾਮ ਫਿਨਿਸ਼ ਕਰਦੇ ਆ। ਹਾਂਜੀ, ਮੇਰੀ ਤਾਂ ਇੱਕ ਸਾਰਿਆਂ ਨਾਲ ਇਹੀ ਰਿਕੁਐਸਟ ਹੈ ਕਿ ਸਾਡੀ ਸਿੱਖ ਕਮਿਊਨਿਟੀ ਪਲੀਜ਼ ਤੁਸੀਂ ਸੈਂਸਸ ਸਰਵੇ ਭਰੋ ਕਿ ਜਿੰਨਾ ਅਸੀਂ ਬੰਦੇ ਅਸੀਂ ਭਰਾਂਗੇ ਉਨੀ ਸਾਡੀ ਪਹਿਚਾਨ ਹੋਏਗੀ ਔਰ ਉਨਾ ਹੀ ਸਾਨੂੰ ਸਹੂਲਤਾਂ ਫਿਰ ਮਿਲਣਗੀਆਂ। ਸੋ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਤੁਸੀਂ ਸਰਵੇ ਭਰੋ ਕਿ ਸਾਡੀ ਸਿੱਖ ਕਮਿਊਨਿਟੀ ਨੂੰ ਪਹਿਚਾਨ ਮਿਲੇ और सुल्तान मिलना। थैंक यू। राही जी, दो शब्द। मैं ये कहना चाहूंगा कि आप ये सेंसस को भरे, ये सेंसस को भरेंगे तो ही आपको अपनी एक इंडिविजुअल पहचान मिलेगी और इसी के द्वारा हम बता पाएंगे कि हम मेजोरिटी में है। तो मैं सारे के सारे कम्युनिटीज को, चाहे वो सिख कम्युनिटी है या इंडियन कम्युनिटी है या हिंदू कम्युनिटी है या जैन कम्युनिटी है, प्लीज आप अपनी पहचान बताएं। आगे बढ़कर आप खुद से आप सेंसस भरे और बताए यूके की गवर्नमेंट को कि आप कितने तादाद में यहाँ पे मौजूद हैं। सो ये मेरी आपसे विनती है कि आप सेंसस भरें। शुक्रिया। ਹੁਣ ਅਸੀਂ ਪ੍ਰੋਗਰਾਮ ਫਿਨਿਸ਼ ਕਰਦੇ ਹਾਂ। ਉਮੀਦ ਕੀਤੀ ਹੋਵੇ ਕਿ ਸਾਡੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ। ਅਗਰ ਪ੍ਰੋਗਰਾਮ ਵਧੀਆ ਲੱਗਿਆ ਹੋਵੇ ਤਾਂ ਵਰਲਡ ਮੀਡੀਆ USA ਨੂੰ ਲਾਈਕ ਕਰੋ ਅਤੇ ਸਬਸਕ੍ਰਾਈਬ ਕਰੋ। ਧੰਨਵਾਦ ਜੀ।